ਅੱਜ ਪੰਜਾਬ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੋਹਾਲੀ ਵਾਸੀਆਂ ਨੂੰ ਆ ਰਹੀ ਸਮੱਸਿਆਵਾਂ ਦਾ ਜਾਇਜ਼ਾ ਲੈਣ ਲਈ ਮੋਹਾਲੀ ਗਮਾਡਾ ਦਫ਼ਤਰ ਪਹੁੰਚੇ, ਜਿੱਥੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸੰਬੰਧੀ ਆ ਰਹੀ ਦਿੱਕਤਾਂ ਨੂੰ ਦੂਰ ਕਰਨਾ ਅਤੇ ਸ਼ਹਿਰ ਨੂੰ ਦੁਰਘਟਨਾ ਮੁਕਤ ਬਣਾਉਣ ਲਈ ਸ਼ਹਿਰ ਦੀਆਂ ਅੰਦਰੂਨੀ ਅਤੇ ਮੁੱਖ ਸੜਕਾਂ ਨੂੰ ਚੌੜਾ ਕਰਨਾ, ਸ਼ਹਿਰ ਦੀਆਂ ਸੜਕਾਂ ਤੇ ਨਵੀਆਂ ਲਾਈਟਾਂ ਅਤੇ ਚੌਂਕ ਬਣਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੀ ਸਫਾਈ ਲਈ ਵਧੀਆ ਤੋਂ ਵਧੀਆ 4 ਮਸ਼ੀਨਾਂ ਗਮਾਡਾ ਵੱਲੋਂ ਖਰੀਦੀਆਂ ਜਾਣਗੀਆਂ। ਉਹਨਾਂ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਮੋਹਾਲੀ ਦੇ ਵਿੱਚ ਐਰੋ ਸਿਟੀ ਦੇ ਵਸਨੀਕਾਂ ਨੂੰ ਦਰਪੇਸ਼ ਆ ਰਹੀ ਮੁਸ਼ਕਲਾਂ ਜਲਦੀ ਤੋਂ ਜਲਦੀ ਸਮਾਂਬੱਧ ਤਰੀਕੇ ਨਾਲ ਹੱਲ ਕੀਤੀਆਂ ਜਾਣਗੀਆਂ। ਆਓ ਵੇਖਦੇ ਹਾਂ ਸੁਪਰ ਨਿਊਜ਼ 24/7 ਤੋਂ ਪੂਰੀ ਰਿਪੋਰਟ। ਜੀ ਨੇ ਐਮਐਲਏ ਸਾਹਿਬ ਮੋਹਾਲੀ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਸੀਗਾ ਕਿ ਮੋਹਾਲੀ ਸ਼ਹਿਰ ਦੇ ਕਈ ਇਸ਼ੂਜ਼ ਨੇ ਹਾਊਸਿੰਗ ਔਰ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੇ ਨਾਲ ਰਿਲੇਟਡ। ਸੋ ਕੱਲ੍ਹ ਹੀ ਅਸੀਂ ਡਿਸਾਈਡ ਕੀਤਾ ਕਿ ਅੱਜ ਉਹਦੀ ਮੀਟਿੰਗ ਰੱਖੀ ਜਾਵੇ। ਅੱਜ ਸਾਡੇ ਹਾਊਸਿੰਗ ਦੇ ਲੋਕਲ ਗਵਰਨਮੈਂਟ ਦੇ ਡਿਪਟੀ ਕਮਿਸ਼ਨਰ ਸਾਹਿਬ ਸਾਰਿਆਂ ਨੇ ਅਸੀਂ ਜੁਆਇੰਟ ਮੀਟਿੰਗ ਕੀਤੀ ਹੈ ਔਰ ਕਈ ਵੱਡੇ ਅਹਿਮ ਇਸ਼ੂ ਸੀ ਜਿਹੜੇ ਐਮਐਲਏ ਸਾਹਿਬ ਨੇ ਰੇਜ਼ ਕੀਤੇ ਨੇ, ਉਹਨਾਂ ਦੇ ਉੱਪਰ ਅਸੀਂ ਫੈਸਲਾ ਲਿਆ, ਜਿਨ੍ਹਾਂ ਦੇ ਵਿੱਚ ਕੁਝ ਕੁ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੀਆਂ 7-8 ਰੋਡਸ ਨੇ ਜਿਹੜੀਆਂ ਜਿੱਥੇ ਬੋਟਲਨੈਕ ਬਣਦਾ ਛੋਟੀਆਂ ਨੇ, ਉਹਨਾਂ ਨੂੰ ਚੌੜਾ ਕਰਨ ਦੀ ਲੋੜ ਹੈ। ਜਿਹੜੇ ਟ੍ਰੈਫਿਕ ਕੰਜੈਸ਼ਨ ਹੋ ਜਾਂਦਾ ਹੈ ਲਾਈਟਾਂ ਦੀ ਜਗ੍ਹਾ 'ਤੇ, ਉਹਨਾਂ ਦੇ ਉੱਪਰ ਸਟੱਡੀ ਵਾਸਤੇ ਕਿਹਾ ਕਿ ਜਿੱਥੇ ਇੱਥੇ ਰਾਊਂਡ ਅਬਾਊਟਸ ਨੇ ਉਹ ਬਣ ਜਾਣ ਤਾਂ ਕਿ ਐਕਸੀਡੈਂਟਸ ਨੇ ਜਿਹੜੇ ਉਹ ਨਾ ਹੋਣ, ਟਾਈਮ ਦੀ ਜਿਹੜੀ ਵੇਸਟੇਜ ਹੁੰਦੀ ਹੈ ਉਹ ਨਾ ਹੋਵੇ। ਸ਼ਹਿਰ ਦੀ ਸਫਾਈ ਵਾਸਤੇ ਜਿਹੜੀਆਂ ਬੈਸਟ ਪੋਸੀਬਲ ਮਸ਼ੀਨਾਂ ਜਿਹੜੀਆਂ ਐਮਐਲਏ ਸਾਹਿਬ ਨੇ ਦੱਸੇ ਸਾਰੀ ਮੀਟਿੰਗ ਦੇ ਵਿੱਚ, ਔਰ ਉਹ 4 ਮਸ਼ੀਨਾਂ ਨੇ ਜਿਹੜੀਆਂ ਉਹਨਾਂ ਨੂੰ ਲੈਣ ਦਾ ਪ੍ਰੋਸੈਸ ਹੈ ਜਿਹੜਾ ਉਹ ਵੀ ਅਸੀਂ ਇਨੀਸ਼ੀਏਟ ਕਰ ਰਹੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਕਿਤੇ ਕੋਈ ਐਰੋ ਸਿਟੀ ਦੇ ਵਿੱਚ ਕਈ ਮਲਟੀਪਲ ਇਸ਼ੂਜ਼ ਆ ਰਹੇ ਨੇ ਉਹਦੇ ਬਾਰੇ ਵੀ ਗੱਲ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਅੱਜ ਡਿਸਕਸ਼ਨ ਕੀਤੀ ਹੈ ਔਰ 15 ਦਿਨਾਂ ਬਾਅਦ ਇਹਦੀ ਰਿਵਿਊ ਮੀਟਿੰਗ ਹੈ ਫਿਰ ਹੋਏਗੀ ਔਰ ਟਾਈਮ ਬਾਉਂਡ ਮੈਨਰ ਦੇ ਨਾਲ ਇਹਨਾਂ ਸਾਰੇ ਇਸ਼ੂਜ਼ ਨੂੰ ਐਡਰੈਸ ਕੀਤਾ ਜਾਏਗਾ, ਕਿਉਂਕਿ ਮੋਹਾਲੀ ਇੱਕ ਤਰੀਕੇ ਨਾਲ ਸ਼ੋਕੇਸ ਵਿੰਡੋ ਹੈ ਪੂਰੇ ਪੰਜਾਬ ਦੀ ਹਰ ਪੱਖੋਂ। ਸੋ ਇਸ ਕਰਕੇ ਮੋਹਾਲੀ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਸਾਡਾ ਹਾਊਸਿੰਗ ਡਿਪਾਰਟਮੈਂਟ ਕੋਸ਼ਿਸ਼ ਕਰ ਰਿਹਾ ਹੈ ਕਿ ਇੱਕ ਬੈਸਟ ਪੋਸੀਬਲ ਮਾਡਰਨ ਤਰੀਕੇ ਦੀ ਲਿਵਿੰਗ ਹੈ ਜਿਹੜੀ ਉਹ ਪ੍ਰੋਵਾਈਡ ਕਰ ਸਕੀਏ, ਪਰ ਮੋਹਾਲੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਹੈ ਜਿਹੜਾ ਉਹ ਨਹੀਂ ਹੋ ਸਕਦਾ ਹੈਗਾ। ਸੋ ਇਹਦੇ ਬਾਰੇ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਧੰਨਵਾਦ ਐਮਐਲਏ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਇਸ਼ੂਜ਼ ਸਾਡੇ ਨੋਟਿਸ ਦੇ ਵਿੱਚ ਲਿਆਂਦੇ, ਅਤੇ ਨਾਲ ਹੀ ਅੱਜ ਸੈਟਰਡੇ ਵਾਲੇ ਦਿਨ ਸਾਰੇ ਆਫਿਸਰਸ ਨੂੰ ਬੁਲਾਇਆ, ਉਹਨਾਂ ਦਾ ਵੀ ਧੰਨਵਾਦ ਹੈ। ਮੇਰੀ ਸਾਰੇ ਮੋਹਾਲੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਕੋਈ ਇਸ਼ੂਜ਼ ਉਹਨਾਂ ਨੂੰ ਲੱਗਦੇ ਨੇ ਸਰਕਾਰ ਦੇ ਨਾਲ ਸੰਬੰਧਿਤ, ਉਹ ਐਮਐਲਏ ਸਾਹਿਬ ਦੇ ਨੋਟਿਸ ਦੇ ਵਿੱਚ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਅਸੀਂ ਹੱਲ ਕਰਾ ਸਕੀਏ। ਇੱਕ ਨੀਡ ਬੇਸਡ ਪਾਲਿਸੀ ਦਾ ਮੁੱਦਾ ਕਾਫੀ ਚਿਰ ਤੋਂ ਜਿਹੜਾ ਪੈਂਡਿੰਗ ਪਿਆ, ਉਹਨੂੰ ਲੈ ਕੇ ਕੋਈ ਵਿਚਾਰਿਆ ਗਿਆ? ਨਹੀਂ, ਨੀਡ ਬੇਸਡ ਪਾਲਿਸੀ ਰਿਗਾਰਡਿੰਗ ਵਾਟ? ਰਿਗਾਰਡਿੰਗ ਹਾਊਸਿਸ ਜਿਹੜੇ ਬੜੇ ਪੁਰਾਣੇ ਲੋਕਾਂ ਨੇ ਆਪਣੇ ਲੋੜ ਅਨੁਸਾਰ ਤਬਦੀਲੀਆਂ ਕੀਤੀਆਂ, ਉਹਨਾਂ ਨੂੰ ਹਾਲੇ ਵੀ ਨੋਟਿਸਿਸ ਆਉਂਦੇ ਨੇ। ਦੂਜਾ ਜਿਹੜੇ ਬੂਥਸ ਨੇ, ਗਮਾਡਾ ਦੀ ਆਪਣੀ ਪਾਲਿਸੀ ਇਹ ਬਣ ਗਈ ਹੈ ਸਰ ਕਿ ਜਿਹੜੇ ਨਵੇਂ ਬਿਲਡਰਸ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਕਮਰਸ਼ੀਅਲ, ਉਹ ਆਪਣੇ ਡਬਲ ਸਟੋਰੀ ਬੂਥਸ ਬਣਾ ਕੇ ਵੇਚ ਰਹੇ ਨੇ, ਖੁਦ ਗਮਾਡਾ ਵੀ ਵੇਚ ਰਿਹਾ। ਪਰ ਜਿਹੜੇ ਪੁਰਾਣੇ ਬਣੇ ਹੋਏ ਬੂਥਸ ਨੇ ਉਹਨਾਂ ਦੀ ਡਿਮਾਂਡ ਹੈ ਲੋਕਾਂ ਦੀ ਕਿ ਉਹਦੇ ਉੱਪਰ ਇੱਕ ਸਟੋਰੀ ਹੋਰ ਬਣਾ ਦਿੱਤੀ ਜਾਵੇ। ਇਸੇ ਤਰ੍ਹਾਂ ਜਿਹੜੇ ਘਰ ਨੇ, ਉਹਨਾਂ ਜਿਹੜੇ ਕਮਰੇ ਲੋਕਾਂ ਨੇ ਨੀਡ ਅਨੁਸਾਰ ਬਣਾਏ 30 ਸਾਲਾਂ 35 ਸਾਲਾਂ ਜਿਹੜੇ ਪਰਿਵਾਰ ਨੇ, ਉਹ ਕਹਿੰਦੇ ਨੇ ਵੀ ਸਾਨੂੰ ਇਹ ਜਿਹੜੇ ਰੈਗੂਲਰਾਈਜ਼ ਕੀਤਾ ਜਾਵੇ। ਉਹਦੇ ਵਾਸਤੇ ਇੱਕ ਪਾਲਿਸੀ ਬਣੀ ਸੀ ਜਿਹੜੀ 2011 'ਚ ਸਕ੍ਰੈਪ ਹੋ ਗਈ, ਉਹ ਦੁਬਾਰਾ ਬਣਨੀ ਸੀ। ਐਮਐਲਏ ਸਾਹਿਬ ਨੇ ਵੀ ਇਹਦੇ ਵਾਸਤੇ ਦੇਖੋ ਹੈ ਇਨੀਸ਼ੀਏਟਿਵ, ਪਰ ਉਹ ਹੁਣ ਕਿੱਥੇ ਸਟੈਂਡ ਕਰਦੀ ਹੈ? ਦੇਖੋ ਇਸ ਤਰ੍ਹਾਂ ਹੁੰਦਾ ਕਿ ਇਹਦੇ ਵਿੱਚ ਮਲਟੀਪਲ ਇਸ਼ੂਜ਼ ਨੇ ਜਿਹੜੇ ਉਹ ਦੇਖਣੇ ਪੈਂਦੇ ਹੁੰਦੇ ਨੇ। ਹੁਣ ਨੋ ਡਾਊਟ ਜੇ ਕੋਈ ਬੰਦਾ ਬਹੁਤ ਲੰਬੇ ਸਮੇਂ ਤੋਂ ਕੋਈ ਜਗ੍ਹਾ ਬਣਾ ਕੇ ਜਾਂ ਇੱਕ ਫਲੋਰ ਹੋਰ ਪਾ ਕੇ ਉਹ ਰਹਿ ਰਿਹਾ ਹੈ, ਉਹਦੇ ਵਿੱਚ ਉਹਦੀ ਜਿਹੜੀ ਪਲੈਨਿੰਗ ਹੈ, ਉਹਦੀ ਚਾਹੇ ਸੀਵਰੇਜ ਦੀ ਪਲੈਨਿੰਗ ਕਰ ਲਈਏ, ਚਾਹੇ ਲਾਈਟਿੰਗ ਦੀ ਪਲੈਨਿੰਗ ਕਰ ਲਈਏ, ਚਾਹੇ ਟ੍ਰੈਫਿਕ ਦੀ ਪਲੈਨਿੰਗ ਕਰ ਲਈਏ, ਜੇ ਉੱਥੇ ਉਸੇ ਏਰੀਏ ਦੇ ਵਿੱਚ ਪਾਪੂਲੇਸ਼ਨ ਡਬਲ ਹੋ ਜੂਗੀ ਅਤੇ ਕੰਜੈਸ਼ਨ ਹੋਣਾ ਸ਼ੁਰੂ ਹੋ ਜਾਊਗਾ। ਸੋ ਇਸ ਕਰਕੇ ਇਹ ਆਪਾਂ ਮੈਂ ਤੁਹਾਨੂੰ ਆਫ ਹੈਂਡ ਨਹੀਂ ਕਹਿ ਸਕਦਾ ਹੈਗਾ ਵੀ ਹਾਂ ਕੀ ਹੋ ਸਕਦਾ ਅਤੇ ਕੀ ਨਹੀਂ ਹੋ ਸਕਦਾ, ਜਾਂ ਕੀ ਸਹੀ ਹੈ ਜਾਂ ਕੀ ਗਲਤ ਹੈ। ਸੋ ਇਹ ਜਿਹੜੇ ਇਸ਼ੂਜ਼ ਹੁੰਦੇ ਨੇ ਜੀ, ਇਹਨਾਂ ਨੂੰ ਹੋਲਿਸਟਿਕ ਵਿਊ ਦੇ ਨਾਲ ਦੇਖਣਾ ਪੈਂਦਾ ਹੁੰਦਾ। ਸੋ ਇਸ ਤਰੀਕੇ ਦੀ ਜੇ ਕੋਈ ਇਸ਼ੂ ਹੈਗਾ
ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਲੈ ਕੇ ਆਉਣ, ਸਾਡੇ ਡਿਪਾਰਟਮੈਂਟ ਦੇ ਧਿਆਨ 'ਚ ਲੈ ਕੇ ਜਿੱਥੇ ਜਿਹੜੀ ਚੀਜ਼ ਹੋ ਸਕਦੀ ਹੋਈ ਉਹ ਜ਼ਰੂਰ ਕੀਤੀ ਜਾਏਗੀ। ਪਰ ਇਹ ਨਹੀਂ ਆਪਾਂ ਕਰ ਸਕਦੇ ਹੈਗੇ ਕਿ ਆਪਾਂ ਕੋਈ ਇਹੋ ਜਿਹੀ ਪਾਲਿਸੀ ਬਣਾ ਦਈਏ, ਇਹੋ ਜਿਹੀ ਸਕੀਮ ਬਣਾ ਦਈਏ ਜਿਹਦੇ ਨਾਲ ਪ੍ਰੋਬਲਮ ਦਾ ਮੈਗਨੀਚਿਊਡ ਹੈ ਜਿਹੜਾ ਉਹ ਹੋਰ ਵੱਡਾ ਹੋ ਜੇ। ਸੋ ਇਸ ਕਰਕੇ ਇਹ ਜੇ ਕੋਈ ਇਸ ਤਰੀਕੇ ਦੀ ਪ੍ਰੋਬਲਮ ਸ਼ਹਿਰ ਦੇ ਵਿੱਚ ਆਉਂਦੀ ਹੈ ਜਿਹੜੀ ਕਿ ਜੈਨੂਇਨਲੀ ਰਿਜ਼ੋਲਵ ਕੀਤੀ ਜਾ ਸਕਦੀ ਹੈ, ਉਹਨੂੰ ਜ਼ਰੂਰ ਉਹ ਕਰਾਂਗੇ। ਪਰ ਇਹਦੇ ਨਾਲ ਇੱਕ ਚੀਜ਼ ਮੈਂ ਹੋਰ ਵੀ ਕਹੂੰਗਾ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਕਲੋਨੀਆਂ ਦਾ ਇਸ਼ੂ ਹੋਇਆ, ਜਦੋਂ ਲੀਗਲ ਕਲੋਨੀਆਂ ਜਿਹੜੇ ਕੱਟਦੇ ਸੀਗੇ ਉਹ ਪਿੱਛੇ ਰਹਿ ਗਏ, ਇਲੀਗਲ ਵਾਲੇ ਰੈਗੂਲਰਾਈਜ਼ ਹੋ ਕੇ 14,000 ਕਲੋਨੀ ਬਣ ਗਈ। ਜੇ ਅੱਜ ਸਾਰੀਆਂ ਚੀਜ਼ਾਂ ਨੂੰ ਅਸੀਂ ਰੈਗੂਲਰਾਈਜ਼ ਕਰਨ ਲੱਗ ਗਏ ਤੇ ਫਿਰ ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜਾ ਬੰਦਾ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ ਉਹਨੂੰ ਤੁਸੀਂ ਡਿਸਕਰੇਜ ਕਰ ਰਹੇ ਹੋ, ਉਹਨੂੰ ਪੈਨਲਾਈਜ਼ ਕਰ ਰਹੇ ਹੋ। ਜਿਹੜਾ ਬੰਦਾ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ ਉਹਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਉਹਨੂੰ ਥਾਪੀ ਦੇ ਰਹੇ ਹੋ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ, ਇਹ ਠੀਕ ਹੈ ਕਿ ਇੱਕ ਇੰਡੀਵਿਜੂਅਲ ਦਾ ਆਪਦਾ ਇਸ਼ੂ ਹੋ ਸਕਦਾ, ਪਰ ਜਦੋਂ ਤੁਸੀਂ ਸਰਕਾਰ ਨੇ ਉਹਨੂੰ ਹਰ ਐਂਗਲ ਤੋਂ ਹਰ ਪੱਖੋਂ ਦੇਖਣਾ ਹੁੰਦਾ, ਉਹਦੇ ਮੁਤਾਬਕ ਫੈਸਲਾ ਜਿਹੜਾ ਉਹ ਲਿਆ ਜਾਏਗਾ। ਜੇ ਕੋਈ ਇਸ ਤਰੀਕੇ ਦੀ ਕੋਈ ਜੈਨੂਇਨ ਪ੍ਰੋਬਲਮ ਕਿਸੇ ਪਾਸੇ ਹੈਗੀ ਤਾਂ ਉਹ ਦੱਸੋ, ਉਹਦੇ ਉੱਪਰ ਵਿਚਾਰ ਜਿਹੜਾ ਡਿਪਾਰਟਮੈਂਟ ਕਰੇਗਾ। ਪੇਸ਼ ਕੀਤਾ ਜਾਂਦਾ, ਲੇਕਿਨ ਮੋਹਾਲੀ ਦੀ ਇਤਰਾਜ਼ ਹੈ ਕਿ ਪਿਛਲੇ 10 ਜਾਂ 12 ਸਾਲਾਂ ਤੋਂ ਇੱਥੇ ਬੱਸ ਸਟੈਂਡ ਹੀ ਨਹੀਂ ਹੈਗਾ ਜੀ। ਉਹਦੇ ਬਾਰੇ ਵੀ ਵਿਚਾਰ ਹੈ ਜਿਹੜਾ ਹੋਇਆ ਹੈ, ਉਹਦੇ ਬਾਰੇ ਵੀ ਤੁਹਾਨੂੰ ਬੜੀ ਜਲਦੀ ਹੀ ਕੋਈ ਨਾ ਕੋਈ ਫੈਸਲਾ ਜਿਹੜਾ ਖੁਸ਼ਖਬਰੀ ਹੈ ਜਿਹੜੀ ਉਹ ਦੇਵਾਂਗੇ। ਕਈ ਇਸ਼ੂਜ਼ ਨੇ ਜੀ, ਉਹ ਤੁਹਾਨੂੰ ਦੱਸਿਆ ਨਾ ਜੀ ਕਿ ਦੇਖੋ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਇੱਕ ਚੀਜ਼ ਕਹੂੰਗਾ ਕਿ ਨੋ ਡਾਊਟ, ਚਲੋ ਮੈਂ ਇਹ ਨਹੀਂ ਕਹਿੰਦਾ ਕਿ ਵੀ ਸਾਰਾ ਕੁਛ ਹੀ ਗਲਤ ਹੋਇਆ, ਪਰ ਬਹੁਤ ਚੀਜ਼ਾਂ ਇਹੋ ਜਿਹੀਆਂ ਵੀ ਸੀਗੀਆਂ ਜਿਹਦੇ ਉੱਪਰ ਹੋਰ ਬੈਟਰ ਪਲੈਨਿੰਗ ਤੇ ਹੋਰ ਬੈਟਰ ਇੰਪਲੀਮੈਂਟੇਸ਼ਨ ਦੀ ਜਿਹੜੀ ਹੋ ਸਕਦੀ ਸੀਗੀ। ਸੋ ਉਹਨਾਂ ਹੀ ਜਿਹੜੇ ਲੂਜ਼ ਐਂਡਸ ਨੇ, ਜਿਹੜੀਆਂ ਕਮੀਆਂ ਨੇ, ਉਹਨਾਂ ਨੂੰ ਦੂਰ ਕਰਨ ਲੱਗੇ ਹੋਇਆ। ਸਰ ਜਿਹੜਾ 6 ਫੇਜ਼ ਵਾਲਾ ਬੱਸ ਸਟੈਂਡ ਹੈ ਉਹ ਅੰਡਰ ਕੰਸਟਰਕਸ਼ਨ ਬਿਲਡਿੰਗ ਹੈ, ਕੋਰਟ ਕੇਸ ਚੱਲ ਰਿਹਾ ਤੇ ਮਗਰ ਉਹ ਇੱਕ ਵੱਡੀ ਹਾਦਸੇ ਨੂੰ ਨਿਯੋਤਾ ਦੇ ਰਿਹਾ ਕਿ 3 ਮੰਜ਼ਿਲਾ ਦਾ ਪਾਣੀ ਭਰਿਆ ਹੋਇਆ ਹੈ, ਸੜਕ ਉਹਦੀ ਆਸੇ ਪਾਸੇ ਦੱਸੀ ਜਾ ਰਹੀ ਹੈ, ਲੇਕਿਨ ਕੋਈ ਵੀ ਅਧਿਕਾਰੀ ਹੁੰਦਾ ਇਹ ਕਹਿ ਕੇ ਪਤਾ ਕਰ ਲੈਂਦਾ ਕਿ ਇਹ ਕੋਰਟ ਕੇਸ ਚੱਲ ਰਿਹਾ ਹੈ। ਨਹੀਂ ਸਰ, ਪਰ ਉਹਦੇ ਨਾਲ ਇੱਕ ਜਿਹੜੀ ਸੜਕ ਇੱਕ ਉਸ ਟਾਈਮ ਸੜਕ ਦੱਬ ਲਈ ਗਈ ਵੀ ਇੱਥੇ ਬਣ ਰਿਹਾ ਹਲੇ, ਉਹ ਸੜਕ ਤਾਂ ਗਮਾਡਾ ਦੀ ਸੀ, ਉਹ ਅੱਜ ਤੱਕ ਸੜਕ ਓਪਨ ਨਹੀਂ ਹੋ ਸਕੀ। ਬਹੁਤ ਕੰਜਰ ਦੱਬ ਕਿਹਨੇ ਲਈ ਉਹ? ਬਿਲਕੁਲ ਬੱਸ ਸਟੈਂਡ ਦੇ ਨਾਲ ਜਿਹੜੀ ਜਗ੍ਹਾ ਇੱਕ ਸੜਕ ਡਬਲ ਸੀਗੀ, ਉਹ ਸੜਕ ਅੱਜ ਵੀ ਉਹ ਬੱਸ ਸਟੈਂਡ ਦੇ ਅਧੀਨ ਹੀ, ਉਹ ਕੰਸਟਰਕਸ਼ਨ ਦੇ ਵੇਲੇ ਹੀ ਉਦੋਂ ਦੀ ਕਬਜ਼ੇ 'ਚ ਕੀਤੀ ਹੋਈ ਉਹਨਾਂ ਨੇ, ਉਹ ਅੱਜ ਤੱਕ ਨਹੀਂ ਖੁੱਲ ਸਕੀ ਸਰ। ਐਮਐਲਏ ਦਾ ਰੌਲਾ ਚੱਲ ਰਿਹਾ ਨਾ ਜੀ ਕੋਰਟ ਦੇ ਵਿੱਚ, ਉਹਦਾ ਅਜੇ ਕੋਈ ਇਲਾਜ ਨਹੀਂ ਹੋ ਸਕਦਾ। ਵੈਸੇ ਤਾਂ ਉਹਦੇ ਪੈਰਲਲ ਇੱਕ ਰੋਡ ਨਿਕਲੀ ਹੋਈ ਹੈ, ਚੱਲ ਰਹੀ ਹੈ ਡਬਲ ਰੋਡ, ਐਸੀ ਕੋਈ ਸਮੱਸਿਆ ਨਹੀਂ। ਅੰਦਰ ਵਾਲੀ ਰੋਡ ਦੀ ਗੱਲ ਕਰ ਰਿਹਾ ਹਾਂ, ਮੈਂ ਅੰਦਰ ਵਾਲੀ ਰੋਡ ਆ, ਉੱਥੇ ਕੰਸਟਰਕਸ਼ਨ ਕਰਨ ਵਾਸਤੇ ਜ਼ਰੂਰ ਆਉਂਦੇ। ਸਾਹਿਬ ਇੱਕ ਸਤਿੰਦਰ ਜੈਨ ਦੀ ਇੱਕ ਵੀਡੀਓ ਵਾਇਰਲ ਹੋਈ ਆ ਜਿਹਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਤੇ ਮਜੀਠੇ ਵੱਲੋਂ ਤੰਜ ਕਸੇ ਕਹਿੰਦੇ ਵੀ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ। ਨਹੀਂ, ਕੀ ਵੀਡੀਓ ਮੈਂ ਨਹੀਂ ਦੇਖੀ ਜੀ, ਤੁਹਾਡੇ ਤੋਂ ਪਤਾ ਲੱਗ ਰਿਹਾ। ਹੁਣ ਪ੍ਰੈਸ ਕਾਨਫਰੰਸ ਕਰ ਰਹੇ ਨੇ ਵੀ ਉਹਦੇ ਵਿੱਚ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਆ ਵੀ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ, ਮਸਾਜ ਉਹ ਕੀਤੀ ਜਾ ਰਹੀ ਹੈ ਉੱਥੇ ਕਿਤੇ। ਪਤਾ ਨਹੀਂ, ਮੈਂ ਤਾਂ ਸਾਰੀ ਹੋਰ ਕੇਸ ਇਹ ਹੈ ਤੁਹਾਡੇ ਤੋਂ ਪਤਾ ਲੱਗ ਰਿਹਾ ਬਾਈ ਜੀ। ਕੁਝ ਜਿਹੜੀਆਂ ਜ਼ਮੀਨਾਂ ਐਕਵਾਇਰ ਹੁੰਦੀਆਂ ਗਮਾਡਾ, ਉਹਨਾਂ ਦੇ ਵਿੱਚ ਜਿਨ੍ਹਾਂ ਦੀ ਐਕੁਇਜ਼ੀਸ਼ਨ ਹੁੰਦੀ ਉਹਦੇ ਪੈਸੇ ਲੋਕਾਂ ਨੂੰ ਨਹੀਂ ਦਿੱਤੇ ਜਾਂਦੇ। ਇੱਕ ਤਾਜ਼ਾ ਕੇਸ ਹੋਇਆ, ਉਹਦੇ ਵਿੱਚ ਵੀ ਗਮਾਡਾ ਨੇ ਪੈਸੇ ਲੈ ਲਏ, ਬੰਦੇ ਨੇ ਕੋਰਟ 'ਚ ਕੇਸ ਪਾਇਆ, ਇਹਨਾਂ ਨੇ ਕੋਰਟ 'ਚ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਫਿਰ ਵਾਪਸ ਲੈ ਲਏ ਵੀ ਅਸੀਂ ਆਪ ਡਿਸਬਰਸ ਕਰਾਂਗੇ। ਉਹ ਡਿਸਬਰਸ ਨਹੀਂ ਹੋਏ, ਉਹ ਹੁਣ ਫਿਰ ਇਹਨਾਂ ਨੂੰ ਮਤਲਬ ਕਿ ਕੋਰਟ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਵੀ ਤੁਸੀਂ ਉਹਨਾਂ ਨੂੰ ਪੈਸੇ ਕਿਉਂ ਨਹੀਂ ਦੇ ਰਹੇ ਲੋਕਾਂ ਨੂੰ। ਨਹੀਂ, ਕਦੋਂ ਕੇਸ ਹੋਊਗਾ ਕੋਈ ਦਿੱਕਤ ਨਹੀਂ। ਇਹ ਜੇ ਕੋਈ ਪਾਰਟਿਕੂਲਰ ਕੇਸ ਦੱਸੋ, ਮੇਰੇ ਆਫ ਹੈਂਡ ਧਿਆਨ ਦੇ ਵਿੱਚ ਨਹੀਂ ਹੈ। ਮੈਂ ਰਾਇਲ ਸਟੇਟ ਦੇ ਹਾਂਜੀ ਕੀ ਰਾਇਲ ਸਟੇਟ ਦਾ ਕੀ ਕੋਰਟ ਨੇ ਆਰਡਰ ਕੀਤੇ ਨੇ ਕਿ ਸੀਆਈ ਗਵਾਡਾ ਦੇ ਖਿਲਾਫ ਕਾਨੂੰਨੀ ਕਾਰਵਾਈ ਵਾਲੀ ਕ੍ਰਿਮੀਨਲ ਕਾਰਵਾਈ ਨੂੰ ਅਮਲ 'ਚ ਲਿਆਉਂਦਾ ਹੈ। ਕਦੋਂ ਹੋਏ ਨਹੀਂ ਆਰਡਰ ਹੈ? ਇਹ ਪਰਸੋਂ ਹੈ। ਨਹੀਂ, ਪਰ ਪਰਸੋਂ ਆਰਡਰ ਪੜ੍ਹ ਕੇ ਤੁਹਾਨੂੰ ਦੱਸ ਸਕੂੰਗਾ ਜੇ ਆਫ ਹੈਂਡ ਧਿਆਨ ਦੇ ਵਿੱਚ ਨਹੀਂ ਹੈ। ਅੱਛਾ, ਲੋਕਾਂ ਨੂੰ ਕੋਈ ਰਾਹਤ ਮਿਲਣ ਵਾਲੀ ਹੈ? ਲੱਗਦਾ ਕਿਸਾਨਾਂ ਨਾਲ ਕੋਈ ਗੱਲਬਾਤ ਚੱਲਦੀ ਹੈ ਕਿ ਉਹ ਤਾਂ ਕਿ ਧਰਨੇ ਚੱਕ ਲੈਣ, ਕਿਉਂਕਿ ਲੋਕ ਹੁਣ ਜ਼ਿਆਦਾ ਅਗਰੈਸਿਵ ਨਜ਼ਰ ਆਉਂਦੇ ਨੇ ਕਿ ਕਿਸਾਨ ਜ਼ਬਰਦਸਤੀ ਰਸਤਾ ਰੋਕੀ ਬੈਠੇ। ਸਾਰੇ ਪੰਜਾਬ ਦੇ ਵਿੱਚ ਗੱਲ ਕਰਦੇ ਹੋ ਜੀ। ਦੇਖੋ ਇਸ ਤਰ੍ਹਾਂ ਕਿ ਕੱਲ੍ਹ ਇਹਦੇ ਬਾਰੇ ਸੀਐਮ ਸਾਹਿਬ ਨੇ ਵੀ ਗੱਲ ਕੀਤੀ ਹੈ। ਮੇਰੀ ਜੋ ਸੀਐਮ ਸਾਹਿਬ ਨੇ ਕਿਹਾ ਉਹ ਪਿਛਲੇ 7 ਮਹੀਨਿਆਂ ਦੀ ਜੇ ਆਪਾਂ ਗੱਲ ਕਰ ਲਈਏ ਤੇ ਮੇਰੇ ਖਿਆਲ ਦੇ ਵਿੱਚ ਇਹੋ ਜਿਹੀ ਕੋਈ ਮਸਲਾ, ਚਾਹੇ ਸਿੱਧੀ ਬਿਜਾਈ ਦੇ ਪੈਸੇ ਦੀ ਗੱਲ ਕਰ ਲਈ, ਚਾਹੇ ਮੂੰਗੀ ਵਾਲੇ ਪੈਸੇ ਦੀ ਗੱਲ ਕਰ ਲਈ, ਚਾਹੇ ਗੰਨੇ ਦਾ ਰੇਟ ਜਿਹੜਾ ਅੱਜ ਤੋਂ 7 ਮਹੀਨੇ ਪਹਿਲਾਂ ਸਾਰੇ ਮੁਲਕ ਦੇ ਵਿੱਚੋਂ, ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਘੱਟ ਸੀਗਾ, ਅੱਜ ਸਾਰੇ ਮੁਲਕ ਦੇ ਵਿੱਚੋਂ ਵੱਧ ਰੇਟ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ। ਸੋ ਮੇਰੀ ਬੇਨਤੀ ਇਹੀ ਹੈ ਕਿ ਇਹ ਜਿਹੜਾ ਧਰਨੇ ਵਾਲਾ ਕੰਮ ਹੈ ਨਾ ਜੀ, ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਧਰਨੇ ਉੱਥੇ ਲਗਾਉਣ ਦੀ ਲੋੜ ਪੈਂਦੀ ਜਿੱਥੇ ਸਰਕਾਰ ਤੁਹਾਡੀ ਸੁਣਦੀ ਨਾ ਹੋਵੇ। ਜਦੋਂ ਸਰਕਾਰ ਪਹਿਲੇ ਬੋਲ ਦੇ ਉੱਪਰ ਮੀਟਿੰਗਾਂ ਕਰਕੇ ਮਸਲੇ ਹੱਲ ਕਰਨ ਲੱਗੀ ਹੋਈ ਹੈ ਤੇ ਫਿਰ ਸਿਰਫ ਔਰ ਸਿਰਫ ਆਪਾਂ ਲੋਕਾਂ ਨੂੰ ਦੇ ਵਿੱਚ ਆਪਦੀ ਪ੍ਰੈਜ਼ੈਂਸ ਬਣਾਈ ਰੱਖਣ ਦੇ ਲਈ ਕੁਝ ਕੁ ਸਾਥੀ, ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ, ਜੇ ਉਹ ਇਹੋ ਜਿਹਾ ਕੰਮ ਕਰਨਗੇ ਤੇ ਅਲਟੀਮੇਟਲੀ ਉਹ ਮੇਰੇ ਖਿਆਲ ਦੇ ਵਿੱਚ ਨਾ ਆਮ ਲੋਕਾਂ ਦਾ ਉਹਦੇ ਨਾਲ ਕੋਈ ਭਲਾ ਹੋਣਾ, ਨਾ ਪੰਜਾਬ ਦਾ ਭਲਾ ਹੋਣਾ ਤੇ ਨਾ ਹੀ ਜਿਹੜੀਆਂ ਜਥੇਬੰਦੀਆਂ ਦੇ ਲੀਡਰ ਨੇ ਉਹਨਾਂ ਦਾ ਭਲਾ ਹੋਣਾ, ਕਿਉਂਕਿ ਉਹ ਆਪਦੀ ਰੈਲੇਵੈਂਸ ਖੋ ਬੈਠਣਗੇ।
ਸੋ ਇਸ ਕਰਕੇ ਇਹਦੇ ਉੱਪਰ, ਔਰ ਜੇ ਤੁਸੀਂ ਆਮ ਜਾ ਕੇ ਕਿਸਾਨਾਂ ਨਾਲ ਗੱਲ ਕਰ ਲਓਗੇ ਨਾ ਜੀ, ਉਹ ਤਾਂ ਇਸੇ ਗੱਲ ਦੇ ਵਿੱਚ ਬਾਗੋ ਬਾਗ ਨੇ ਜੀ ਕਿ ਜਿੰਨੀ ਅੱਜ ਇਸ ਵਾਰੀ ਝੋਨੇ ਦੇ ਸਮੇਂ 24 ਘੰਟੇ ਬਿਜਲੀਆਂ ਜਿਹੜੀ ਮਿਲੀਆਂ ਨੇ, ਜਿਸ ਤਰੀਕੇ ਦੇ ਨਾਲ ਹੁਣ ਫਸਲ ਚੱਕੀ ਗਈ ਹੈ, ਫਸਲ ਜਾਂਦੀ ਮਗਰੋਂ ਸੀ, ਬੋਲੀ ਪਹਿਲਾਂ ਹੋ ਜਾਂਦੀ ਸੀ, ਅਗਲੇ ਦਿਨ ਪੇਮੈਂਟ ਪੈ ਜਾਂਦੀ ਹੈ। ਸੋ ਇਹ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਹੈ, ਪਰ ਲੋਕਾਂ ਨੂੰ ਇਨਕਨਵੀਨੀਅੰਸ ਕਰਕੇ ਕੁਛ ਇਹਨਾਂ ਇਹੀ ਬੇਨਤੀ ਹੈ ਕਿ ਇਸ ਕੰਮ ਤੋਂ ਹੁਣ ਇਹਦੇ ਨਾਲ, ਇਹਨਾਂ ਧਰਨਿਆਂ ਦੇ ਨਾਲ ਹੁਣ ਅਲਟੀਮੇਟਲੀ ਨੁਕਸਾਨ ਦੇਖੋ ਕਿੰਨਾ ਹੋ ਰਿਹਾ ਹੈ। ਜਿੰਨੀ ਇਨਵੈਸਟਮੈਂਟ ਹੈ ਉਹ ਸਾਰੀ ਦੀ ਸਾਰੀ ਪੰਜਾਬ ਦੇ ਵਿੱਚੋਂ ਆਉਣੋਂ ਗਰੇਜ਼ ਕਰ ਰਹੀ ਹੈ ਕਿ ਜੀ ਇੱਥੇ ਤਾਂ ਧਰਨੇ ਲੱਗੇ ਰਹਿੰਦੇ ਨੇ ਹਰ ਟਾਈਮ। ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਡਿਸਟਿਲਰੀ ਦੇ ਬਾਹਰ ਧਰਨਾ ਲੱਗਿਆ ਹੋਇਆ ਸੀ, ਕਿਸਾਨ ਜਥੇਬੰਦੀਆਂ ਦੇ ਕੁਝ ਲੀਡਰਾਂ ਨੇ ਲਾਇਆ ਹੋਇਆ ਸੀਗਾ, ਉਹਨਾਂ ਦੀ ਫੈਕਟਰੀ ਬੰਦ ਰਹੀ। ਉਹਨਾਂ ਨੇ ਹਾਈ ਕੋਰਟ ਦੇ ਵਿੱਚ ਚਲੇ ਗਏ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ। ਹਾਈ ਕੋਰਟ ਨੇ ਉਹ 5 ਕਰੋੜ ਰੁਪਏ ਜਿਹੜਾ ਉਹ ਪੰਜਾਬ ਨੂੰ ਜੁਰਮਾਨਾ ਪਾਤਾ ਕਿ ਤੁਸੀਂ ਇਹਨਾਂ ਨੂੰ ਪੇ ਕਰੋ। ਹੁਣ ਮੈਨੂੰ ਤੁਸੀਂ ਗੱਲ ਦੱਸੋ ਕਿ ਉਹ 5 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ, ਸਾਡੇ ਕੋਲ ਕਿਹੜਾ ਨੋਟਾਂ ਦੀ ਮਸ਼ੀਨ ਲੱਗੀ ਹੈ ਕਿ ਅਸੀਂ ਨੋਟ ਛਾਪੀਏ ਅਤੇ ਉਹਨਾਂ ਨੂੰ ਦੇ ਦਈਏ? ਉਹ ਅਲਟੀਮੇਟਲੀ ਬੋਝ ਕਿਤੇ ਪਊਗਾ? ਉਹ ਆਮ ਉਹਨਾਂ ਲੋਕਾਂ ਦੇ ਉੱਪਰ ਪਊਗਾ ਜਿਹੜੇ ਕੋਈ ਚਾਹੇ ਟਰੈਕਟਰ ਦੇ ਉੱਪਰ ਡਰਾਈਵਰੀ ਕਰਦਾ, ਚਾਹੇ ਕੋਈ ਕਿਤੇ ਵਿਚਾਰਾ ਸੇਲਜ਼ਮੈਨ ਨਹੀਂ ਕਰ ਰਿਹਾ, ਜਿਹੜੇ ਆਪਦੀ 10, 15, 12 ਹਜ਼ਾਰ ਦੀ ਕਮਾਈ ਦੇ ਨਾਲ ਜਿਹੜੇ ਟੁੱਥਪੇਸਟ ਜੇ ਖਰੀਦਦੇ ਨੇ, ਜੇ ਬਰੱਸ਼ ਖਰੀਦਦੇ ਨੇ ਅਤੇ ਉਹਦੇ ਉੱਪਰ ਵੀ ਟੈਕਸ ਦਿੰਦੇ ਨੇ, ਇਹ ਬੋਝ ਉਹਨਾਂ ਦੇ ਉੱਪਰ ਪਊਗਾ। ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨਾਂ ਨੂੰ ਇਹ ਹੈ ਕਿ ਜਿੱਥੇ ਸਰਕਾਰ ਦੀ ਨੀਅਤ ਦੇ ਵਿੱਚ ਉਹਨਾਂ ਨੂੰ ਕਮੀ ਲੱਗਦੀ ਹੈ, ਸਾਨੂੰ 100 ਵਾਰੀ ਆ ਕੇ ਮਿਲੋ। ਨਹੀਂ ਅਸੀਂ ਕਰਦੇ ਹੈਗੇ, ਸਾਡੇ ਘਰਾਂ ਮੂਹਰੇ ਧਰਨੇ ਵੀ ਲਾਓ, ਪਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਹੈਗਾ। ਜਗਜੀਤ ਡੱਲੇਵਾਲ ਕਹਿੰਦੇ ਨੇ ਵੀ ਇਹ ਤਾਂ ਭਗਵੰਤ ਮਾਨ ਸਿਰਫ ਪੀਐਮ ਦੇ ਰਾਹ ਤੇ ਚੱਲ ਰਹੇ ਨੇ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਕਿਵੇਂ ਨਹੀਂ ਗੱਲ ਸੁਣਨ ਨੂੰ ਤਿਆਰ ਜੀ? ਡੱਲੇਵਾਲ ਸੁਣੋ, ਜਿੰਨੇ ਪੰਜਾਬ ਦੇ ਕਿਸਾਨ ਤਕਰੀਬਨ ਸਾਲ 1.5 ਸਾਲ ਉੱਥੇ ਬੈਠੇ ਰਹੇ, ਪੀਐਮ ਸਾਹਿਬ ਨੇ ਉਹਨਾਂ ਨੂੰ ਇੱਕ ਮੀਟਿੰਗ ਵੀ ਨਹੀਂ ਦਿੱਤੀ ਹੈਗੀ। ਤੁਸੀਂ 7 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਕਿੰਨੀਆਂ ਮੀਟਿੰਗਾਂ ਦਿੱਤੀਆਂ ਅਤੇ ਕਿੰਨੀ ਵਾਰ ਸੁਣਵਾਈਆਂ ਹੋ ਗਈਆਂ। ਹੁਣ ਜੇ ਡਿਮਾਂਡਾਂ ਹੀ 65-66 ਹੋਣ, ਜਿਹਦੇ ਵਿੱਚ 90% ਡਿਮਾਂਡਾਂ ਦਾ ਕਿਸਾਨੀ ਨਾਲ ਲਿੰਕ ਹੀ ਕੋਈ ਨਾ ਹੋਵੇ, ਠੀਕ ਹੈ ਨਾ, ਅਤੇ ਉਹਨਾਂ ਦੇ ਨਾਲ ਤਾਂ ਉਹਨਾਂ ਤੋਂ ਕੋਈ ਲਿੰਕ ਨਹੀਂ ਨਾ ਹੋਣਾ ਚਾਹੀਦਾ ਹੈਗਾ। ਸੋ ਮੈਕਸੀਮਮ ਗੱਲਾਂ ਨੇ ਜਿਹੜੀਆਂ ਉਹ ਉਹਨਾਂ ਦੀਆਂ ਮੰਨੀਆਂ ਜਾ ਚੁੱਕੀਆਂ ਨੇ, ਹੋਰ ਵੀ ਨੇ ਜਿਹੜੀਆਂ ਉਹ ਮੰਨੀਆਂ ਜਾਣਗੀਆਂ, ਜਿਹੜੀਆਂ ਜਾਇਜ਼ ਹੋਣਗੀਆਂ। ਪਰ ਜੇ ਆਪਾਂ ਕਹੀਏ ਵੀ ਹਾਂ ਅਸੀਂ ਪੰਜਾਬ ਦੇ ਲੋਕਾਂ ਦੀ ਅਤੇ ਸਰਕਾਰ ਦੀ ਬਾਂਹ ਮਰੋੜ ਕੇ ਧਰਨੇ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਅਸੀਂ ਆਪਦੀਆਂ ਕੋਈ ਨਜਾਇਜ਼ ਗਲਤ ਗੱਲਾਂ ਵੀ ਮਨਾ ਲਾਂਗੇ, ਉਹ ਤਾਂ ਨਹੀਂ ਹੋਣਾ ਹੈਗਾ। ਜਾਇਜ਼ ਹੈ ਜੀ, ਇਹ ਤਾਂ ਹੁਣ ਉਹਨਾਂ ਤੋਂ ਪੁੱਛੋ ਜੀ। ਸਾਡਾ ਤਾਂ ਨਹੀਂ, ਦੇਖੋ ਹੁਣ ਮੇਰੀ ਗੱਲ ਸੁਣੋ ਇੱਕ ਮਿੰਟ। ਜਿਹੜੇ ਅੱਜ ਕਹਿ ਰਹੇ ਨੇ ਉਹਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰ ਰਹੇ ਨੇ, ਉਹ ਚਾਹੇ 10 ਸਾਲ ਅਕਾਲੀ ਦਲ ਵਾਲੇ ਰਹਿ ਗਏ, ਚਾਹੇ 5 ਸਾਲ ਕਾਂਗਰਸ ਵਾਲੇ ਰਹਿ ਗਏ, ਉਹਨਾਂ ਤੋਂ ਮਸਲੇ ਕਿਉਂ ਨਾ ਹੱਲ ਹੋਏ ਜੀ? ਉਹਨਾਂ ਤੋਂ ਸਿੱਧੀ ਬਿਜਾਈ ਦਾ ਪੈਸਾ ਕਿਉਂ ਨਾ ਦਿੱਤਾ ਗਿਆ? ਉਹਨਾਂ ਤੋਂ ਮੂੰਗੀ MSP 'ਤੇ ਕਿਉਂ ਨਾ ਖਰੀਦੀ ਗਈ ਹੈਗੀ? ਉਹਨਾਂ ਤੋਂ ਗੰਨੇ ਦੇ ਰੇਟ ਸਭ ਤੋਂ ਘੱਟ ਉਹਨਾਂ ਨੇ ਕਿਉਂ ਰੱਖੇ? ਸਭ ਤੋਂ ਵੱਧ ਕਿਉਂ ਨਾ ਕੀਤੇ ਗਏ? ਉਦੋਂ ਡੱਕਾ ਤੋੜਿਆ ਨਹੀਂ ਹੈਗਾ ਉਹਨਾਂ ਨੇ, ਅਤੇ ਹੁਣ ਅੱਗ 'ਚ ਤੇਲ ਪਾਉਣ ਵਾਲਾ ਕੰਮ ਕਰ ਰਹੇ ਨੇ। ਸੋ ਇਹੋ ਜਿਹੀਆਂ ਗੱਲਾਂ ਤੋਂ ਉਹਨਾਂ ਨੂੰ ਵੀ ਗਰੇਜ ਕਰਨਾ ਚਾਹੀਦਾ। ਬੜੀ ਜਲਦੀ ਉਹ ਵੀ ਹੋ ਜਾਊਗਾ ਜੀ। ਪੰਜਾਬ ਦੇ ਸਿਰ ਜਿੰਨੀ ਕਰਜ਼ੇ ਦੀ ਪੰਡ ਹੈ, ਉਸ ਕਰਜ਼ੇ ਦੀ ਪੰਡ ਨੂੰ ਹੌਲੀ ਹੌਲੀ ਇਮਾਨਦਾਰ ਰਾਜਨੀਤੀ ਦੇ ਨਾਲ, ਚੰਗੀ ਗੁੱਡ ਗਵਰਨੈਂਸ ਦੇ ਨਾਲ, ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਉਸ ਪੰਡ ਨੂੰ ਹੌਲੀ ਹੌਲੀ ਹਲਕਾ ਵੀ ਕਰਨ ਲੱਗੇ ਹੋਏ ਹਾਂ। ਰੈਵਨਿਊ ਦੇ ਜਿਹੜੇ ਰਿਸੋਰਸਿਸ ਨੇ, ਚਾਹੇ GST ਦੇ ਵਿੱਚੋਂ, ਚਾਹੇ ਐਕਸਾਈਜ਼ ਦੇ ਵਿੱਚੋਂ, ਚਾਹੇ ਟਰਾਂਸਪੋਰਟੇਸ਼ਨ ਦੇ ਵਿੱਚੋਂ, ਚਾਹੇ ਸਟੈਂਪ ਡਿਊਟੀ ਦੇ ਵਿੱਚੋਂ ਹੈ, ਇਹਨਾਂ ਦੇ ਵਿੱਚੋਂ ਰੈਵਨਿਊ ਜਨਰੇਟ ਵੀ ਕਰਨ ਲੱਗਿਆ। ਅਤੇ ਜਦੋਂ ਜਿਵੇਂ ਰੈਵਨਿਊ ਦੀ ਪੋਜੀਸ਼ਨ ਥੋੜ੍ਹੀ ਜਿਹੀ ਠੀਕ ਹੋ ਜਾਏਗੀ, ਉਹਦੇ ਨਾਲ ਅਸੀਂ ਇਹ ਵੀ ਬੜੀ ਜਲਦੀ ਦੇਣਾ ਸ਼ੁਰੂ ਕਰ ਦਿੰਦੇ ਹਾਂ। ਤੁਹਾਨੂੰ ਮੈਂ ਕਿਸ ਤਰੀਕੇ ਦੀ, ਕਿਸ ਕਦਰ ਦੀ ਲੁੱਟ ਸੀਗੀ, ਉਹਦੀ ਇੱਕ ਨਿੱਕੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਲੁਧਿਆਣਾ ਗਲਾਡਾ ਦੇ ਵਿੱਚ ਇੱਕ 1.5-2 ਏਕੜ ਦੀ ਸਾਈਟ ਪਈ ਹੁੰਦੀ ਸੀਗੀ, ਜਿੱਥੇ ਰਾਮਲੀਲਾ ਵੇਲੇ ਜਾਂ ਕੋਈ ਵੈਸੇ ਮੇਲੇ ਵਗੈਰਾ ਲੱਗਦੇ ਸੀਗੇ। ਉਹ ਜਦੋਂ 15 ਦਿਨ ਚੱਲਦਾ ਸੀਗਾ ਰਾਮਲੀਲਾ ਦੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ, ਹੁਣ ਤੱਕ ਮੈਕਸੀਮਮ ਉਹਦਾ ਕਿਰਾਇਆ ਜਿਹੜਾ ਗਲਾਡਾ ਨੂੰ ਨੇ ਰਿਕਵਰ ਕੀਤਾ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਸਾਲ ਉਹ 15,100 ਰੁਪਏ ਸੀਗਾ। ਅਤੇ ਇਸ ਸਾਲ ਇੱਕ ਇਮਾਨਦਾਰ ਸਰਕਾਰ ਆਈ ਅਤੇ ਉਸੇ ਥਾਂ ਦਾ ਕਿਰਾਇਆ ਅਸੀਂ 4,71,000 ਰੁਪਇਆ ਹਰ ਰੋਜ਼ ਦਾ ਲਿਆ। 15 ਦਿਨਾਂ ਦੇ ਵਿੱਚ ਪਿਛਲੀ ਸਰਕਾਰ ਨਾਲੋਂ 68 ਲੱਖ ਰੁਪਏ, 68 ਲੱਖ ਰੁਪਇਆ ਗਲਾਡਾ ਕੋਲੇ ਵੱਧ ਆ ਗਏ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਹੀ ਮਾਇਨੇ ਦੇ ਵਿੱਚ ਤਾਂ ਜਿਹੜੇ ਪਾਸੇ ਨਿਗਾਹ ਨਾ ਮਾਰੀ ਉੱਥੇ ਹੋਈ ਭਲਾ। ਮੋਹਾਲੀ ਦੀ ਗੱਲ ਦੁਬਾਰਾ ਕਰ ਲਈਏ ਸਰ। ਮੋਹਾਲੀ ਦੇ ਵਿੱਚ ਸਫਾਈ ਦੀ ਬੜੀ ਵੱਡੀ ਸਮੱਸਿਆ ਹੈ। ਗਮਾਡਾ ਤੇ ਨਗਰ ਨਿਗਮ ਦਾ ਕਨਫਲਿਕਟ ਆਫ ਇੰਟਰਸਟ ਹਮੇਸ਼ਾ ਚੱਲਦਾ ਰਹਿੰਦਾ। ਤੁਸੀਂ ਮਸ਼ੀਨਾਂ ਦੀ ਗੱਲ ਕੀਤੀ ਸੀ, ਕੀ ਉਹ ਗਮਾਡਾ ਪਰਚੇਜ਼ ਕਰੇਗੀ ਕਿ ਉਹ ਨਗਰ ਨਿਗਮ ਪਰਚੇਜ਼? ਦੇਖੋ ਇਸ ਤਰ੍ਹਾਂ ਹੈ ਕਿ ਇਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਬਾਰੇ ਅਸੀਂ ਜਿਹੜੀ ਕੋਆਰਡੀਨੇਸ਼ਨ ਮੀਟਿੰਗ ਹੈ ਜਿਹੜੀ ਅੱਜ ਕੀਤੀ ਹੈ,
ਤੇ ਇਹਨੂੰ ਇੱਕ ਅਸੀਂ ਰੈਗੂਲਰ ਫੀਚਰ ਬਣਾਵਾਂਗੇ, ਮਹੀਨੇ ਡੇਢ ਮਹੀਨੇ ਬਾਅਦ ਇਹ ਮੀਟਿੰਗ ਹੋਇਆ ਕਰੇਗੀ। ਇਸੇ ਵਾਸਤੇ ਹੀ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਬੈਸਟ ਪੋਸੀਬਲ ਅਵੇਲੇਬਲ ਮਸ਼ੀਨਾਂ ਹੈਗੀਆਂ ਵਰਲਡ ਓਵਰ ਉਹ ਖਰੀਦ ਰਿਹਾ। ਇੱਕ ਮਸ਼ੀਨ ਤਕਰੀਬਨ 2.5 ਕਰੋੜ ਦੇ ਕਰੀਬ ਹੈ, 4 ਮਸ਼ੀਨਾਂ ਖਰੀਦ ਰਿਹਾ। ਉਹ ਫੰਡ ਉਹਨੂੰ ਗਮਾਡਾ ਕਰੇਗਾ ਤੇ ਖਰੀਦੇਗਾ ਲੋਕਲ ਗਵਰਨਮੈਂਟ ਤੇ ਆਪਰੇਟ ਵੀ ਲੋਕਲ ਗਵਰਨਮੈਂਟ ਹੀ ਕਰੂਗੀ। ਇੱਕ ਮਸ਼ੀਨ ਕੁਲਵੰਤ ਸਿੰਘ ਉਹਨਾਂ ਨੇ ਆਪਣੀ ਮੇਅਰਸ਼ਿਪ ਵੇਲੇ ਖਰੀਦੀ ਸੀ, ਉਹ ਮਸ਼ੀਨ ਦਾ ਅੱਜ ਤੱਕ ਰੌਲਾ, ਉਹਦੇ ਬਾਰੇ ਕੀ ਹੋਊਗਾ ਜੀ? ਉਹ ਵੀ 1 ਕਰੋੜ 80 ਲੱਖ ਦੀ ਮਸ਼ੀਨ ਸੀ, ਉਹ ਵੀ ਵਰਲਡ ਮਤਲਬ ਲੈਵਲ ਦੀ ਬਹੁਤ ਵਧੀਆ ਮਸ਼ੀਨ ਅਜੇ ਕੋਰਟ ਕੇਸ ਚੱਲ ਰਿਹਾ ਉਹਦਾ, ਕੀ ਕਰਨਾ ਉਹਦਾ। ਸਰ ਪ੍ਰੈਸ ਵਾਲਿਆਂ ਵਾਸਤੇ ਕੋਈ ਸੋਚ ਰਹੇ ਹੋ ਗਮਾਡਾ ਵੱਲੋਂ? ਕੋਈ ਸਾਡੇ ਕੋਲ ਮੋਹਾਲੀ ਤੋਂ ਭਵਨ ਵੀ ਹੈ ਨਹੀਂ, ਕੁਝ ਵੀ ਹੈ ਨਹੀਂ ਸਰ ਇੱਕ ਤੁਸੀਂ ਜਿਹੜੇ ਸਰ ਸਵਾਲ ਦਾ ਜਵਾਬ ਦੇ ਦਿਓ ਪਲੀਜ਼। ਇੱਕ ਮਿੰਟ ਪਹਿਲਾਂ ਕੋਈ ਸਾਡੀ ਸੋਸ਼ਲ ਕੰਮ ਕਰੇਗੀ ਪ੍ਰੈਸ ਵਾਲਿਆਂ ਨਾਲ? ਕੋਈ ਭਵਨ ਨਹੀਂ ਹੈ ਕੋਈ ਸਾਰੀ press। ਤੁਸੀਂ 7 ਮਹੀਨਿਆਂ ਦੇ ਵਿੱਚ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਤੇ ਹਜੇ ਤੱਕ ਮੇਰੇ ਕੋਲ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਆਈ ਹੈਗੀ। ਸਰ ਆਪੇ ਲੈ ਲਓ ਹੁਣ ਜੇ ਸਰ, ਨਾਮ ਬੜੇ ਹੈਗੇ ਨੇ। ਹੁਣ ਜੇ ਕੈਮਰੇ ਦੇ ਵਿੱਚ ਹੀ ਆਪਾਂ ਸਵਾਲ ਕਰਨਾ ਹੈ ਤੇ ਸਰਕਾਰ ਦਾ ਕੰਮ ਕੈਮਰੇ ਨਾਲ ਨਹੀਂ ਚੱਲਦਾ, ਸਰਕਾਰ ਦਾ ਕੰਮ ਲਿਖਤੀ ਤੌਰ ਦੇ ਉੱਪਰ ਚੱਲਦਾ ਹੁੰਦਾ। ਕੋਈ ਰਿਪਰੈਜ਼ੈਂਟੇਸ਼ਨ ਦੋ ਤੇ ਵਿਚਾਰ ਕਰ ਲਾਂਗੇ। ਸਰ ਟੋਲ ਪਲਾਜ਼ਾ ਤੇ ਜੈਲੋ ਕਾਰਡ ਤੇ ਐਕ੍ਰੀਡੇਸ਼ਨ ਕਾਰਡ ਵਾਲਿਆਂ ਨੂੰ ਜਿਹੜਾ ਫ੍ਰੀ ਦਾ ਕਿਹਦੇ? ਇਹ ਜਿਹੜੇ ਜੈਲੋ ਕਾਰਡ ਹੋਲਡਰ ਨੇ ਐਕ੍ਰੀਡੇਸ਼ਨ ਨੇ ਨਾ ਪੱਤਰਕਾਰ, ਹਾਂ। ਉਹਨਾਂ ਨੂੰ ਜਿਹੜੇ ਟੋਲ ਪਲਾਜ਼ਾ ਦੇ ਉੱਤੇ ਫ੍ਰੀ ਦਿੱਤਾ ਗਿਆ। ਹੂੰ। ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਜਿਹੜੇ ਟੋਲ ਪਲਾਜ਼ੇ ਨੇ ਉੱਥੇ ਜ਼ਬਰਦਸਤੀ ਹੁਣ ਲੈ ਰਹੇ ਨੇ ਉੱਥੇ। ਨਹੀਂ, ਜੇ ਕੋਈ ਇਹੋ ਜਿਹੀ ਕਿਸੇ ਪਰਟੀਕੁਲਰ ਮੇਰੀ ਗੱਲ ਸਮਝੋ ਇਹ ਵੀ ਗੱਲ ਤੁਸੀਂ ਪਹਿਲੇ ਬੰਦੇ ਜਿਹੜੇ ਧਿਆਨ 'ਚ ਲਿਆ ਰਹੇ ਹੋ, ਇਹੋ ਜਿਹੀ ਜੇ ਕੋਈ ਗੱਲ ਹੈਗੀ ਤੁਸੀਂ ਮੇਰੇ ਕੋਲ ਰਿਪਰੈਜ਼ੈਂਟੇਸ਼ਨ ਭੇਜੋ ਕਿਸੇ ਪਰਟੀਕੁਲਰ ਟੋਲ ਪਲਾਜ਼ੇ ਦੀ। ਜੇ ਕੰਪਲੇਂਟ ਹੈ ਜਿਹੜੇ ਹੈਗੇ ਨਾ ਉਹ ਲੈਂਦੇ ਨੇ। ਨਹੀਂ ਐਗਜ਼ੈਂਪਟਡ ਹੈ, ਸੁਣੋ ਐਗਜ਼ੈਂਪਟਡ ਹੈ। ਨਹੀਂ ਉਹ ਐਗਜ਼ੈਂਪਟ ਨਹੀਂ ਕਰਦੇ ਨੇ ਜੀ। ਨਹੀਂ ਉਹ ਵੈਸੇ ਮੇਰੀ ਗੱਲ ਨਹੀਂ ਸਮਝੇ ਤੁਸੀਂ। ਵੈਸੇ ਐਗਜ਼ੈਂਪਟਡ ਵੈਸੇ ਮੈਂਡੇਟਡ ਤੁਹਾਨੂੰ ਐਗਜ਼ੈਂਪਟਡ ਹੋ, ਠੀਕ ਹੈ। ਫਿਰ ਜੇ ਲੈਂਦੇ ਨੇ ਤਾਂ ਤੁਸੀਂ ਮੈਨੂੰ ਰਿਪਰੈਜ਼ੈਂਟੇਸ਼ਨ ਭੇਜੋ ਕਿ ਫਲਾਣਾ ਟੋਲ ਹੈ ਜਿਹੜਾ ਉਹ ਇਹ ਚਾਰਜ ਕਰ ਰਿਹਾ। ਮੈਂ ਕੰਸਰਨ ਮਿਨਿਸਟਰ ਸਾਹਿਬ ਨੂੰ PWD ਦੇ ਅੰਡਰ ਆਉਂਦੇ ਨੇ, ਮੈਂ ਉਹਨਾਂ ਕੋਲ ਭੇਜੂਗਾ। ਇਹ ਅਸੀਂ ਤਾਂ ਜਿਹੜੇ ਟੋਲ ਪਲਾਜ਼ੇ ਜਿਨ੍ਹਾਂ ਦੀ ਟੈਨਿਓਰ ਖਤਮ ਹੋ ਚੁੱਕੀ ਸੀਗੀ ਸਾਰੇ ਪੰਜਾਬ ਨੂੰ ਜਿਹੜੇ ਲੁੱਟਣ ਲੱਗੇ ਹੋਏ ਸੀਗੇ, ਮਾਨ ਸਾਹਿਬ ਨੇ ਤਾਂ ਉਹ ਕਿੰਨੇ ਬੰਦ ਕਰਾਤੇ ਤੇ ਅੱਗੇ ਕਿੰਨੇ ਹੋਰ ਬੰਦ ਹੋ ਜਾਣੇ ਜਿਹਨਾਂ ਦਾ ਟਾਈਮ ਪੂਰਾ ਹੋ ਚੁੱਕਿਆ। ਸਰਕਾਰ ਮੌਕੇ ਡੀਸੀਆਂ ਨੂੰ ਉਹਨਾਂ ਨੇ ਲਿਖ ਕੇ ਭੇਜਿਆ ਸੀ ਵੀ ਡੀਸੀ ਆਪਣੇ ਪੱਧਰ ਤੇ ਚੈੱਕ ਕਰ ਲੈਣ, ਜੇਕਰ ਇਸ ਤਰ੍ਹਾਂ ਪੱਤਰਕਾਰਾਂ ਨਾਲ ਜਿਸ ਤਰ੍ਹਾਂ ਵਧੀਕੀ ਹੁੰਦੀ ਆ ਉਹ ਉੱਥੇ ਜਿਹੜਾ ਟੋਲ ਪਲਾਜ਼ਾ ਤੇ ਉਹ ਦੇ ਸਕਦੇ ਨੇ। ਕੋਈ ਇਸ ਤਰ੍ਹਾਂ ਦਾ ਜੇ ਤੁਸੀਂ ਕਰ ਸਕੋ ਜ਼ਿਆਦਾ ਬੈਟਰ। ਦੇਖੋ ਇਸ ਤਰ੍ਹਾਂ ਹੈ ਕਿ ਕਈ ਵਾਰੀ ਨਾ ਜਿਹੜੇ ਲੀਡਰ ਹੁੰਦੇ ਨੇ ਨਾ ਇਹੋ ਜਿਹੀ ਗੱਲ ਗਵਾਰਾ ਛੱਡ ਦਿੰਦੇ ਨੇ, ਗੱਡੇ ਨਾਲ ਕੱਟਾ ਬੰਨ੍ਹ ਦਿੰਦੇ ਨੇ, ਜਿਹੜਾ ਕਿ ਪੋਸੀਬਲ ਨਹੀਂ ਹੈ। ਹੁਣ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹੋ, ਤੁਹਾਡੇ ਤੋਂ ਟੋਲ ਲੈ ਲਿਆ ਤੇ ਡੀਸੀ ਉੱਥੇ ਟੋਲ ਤੇ ਕਿਵੇਂ ਪਹੁੰਚੂਗਾ ਜੀ? ਪ੍ਰੈਕਟੀਕਲ ਹੈ? ਮੇਰੇ ਕਹਿਣ ਦਾ ਮਤਲਬ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ, ਮੈਂ ਗੱਲ ਨਹੀਂ ਸਮਝੋ। ਮੇਰੇ ਕੋਲ ਗੋਲ ਗੱਲਾਂ ਤਾਂ ਹੈ ਨਹੀਂ ਗਾ। ਮੈਂ ਤੁਹਾਡੇ ਨਾਲ ਸਪਸ਼ਟ ਗੱਲ ਕਰ ਰਿਹਾ ਵੀ ਤੁਹਾਨੂੰ ਜੇ ਕੋਈ ਕਿਸੇ ਵੀ ਪੱਖੋਂ ਕੋਈ ਬੰਦਾ ਪਾਲਿਸੀ ਦੇ ਰੂਲ ਦੇ ਅਗੇਂਸਟ ਜਾ ਕੇ ਤੁਹਾਡੇ ਤੋਂ ਚਾਰਜ ਕਰ ਰਿਹਾ ਹੈ, ਤੁਸੀਂ ਸਾਨੂੰ ਲਿਖ ਕੇ ਭੇਜੋ, ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ।